इंस्टीट्यूशन साढ़े तबाह हो चुके हैं, बेसिक एसेंस खराब हो चुका है। ਜਿਹੜੇ ਮੇਰੇ ਵੀਰ ਕਹਿੰਦੇ ਆ ਵੀ ਸਰਨਾ ਸਾਹਿਬ ਬਜ਼ੁਰਗ ਹੋ ਗਏ ਹੈ, ਅਸੀਂ ਉਹਨਾਂ ਦੀ ਵਿਜ਼ਡਮ ਲੈਣੀ ਹੈ। ਯੂਥ ਅਸੀਂ ਹੈਗੇ, ਅਸੀਂ ਭੱਜਾਂਗੇ, ਕੰਮ ਪੂਰੇ ਕਰਾਂਗੇ। ਅਸੀਂ ਕਿਸ ਤਰ੍ਹਾਂ ਸਟੈਪ ਬਾਏ ਸਟੈਪ ਜਾ ਕੇ ਅਸੀਂ ਸਕੂਲਾਂ ਨੂੰ ਰਿਵਾਈਵ ਕਰਨਾ ਹੈ। ਦੇਖੋ ਪਹਿਲੀ ਗੱਲ ਹੈ, ਜਿਹੜੇ ਟੀਚਰਸ ਹੈ ਉਹ ਸਾਡੇ ਗੁਰੂ ਆਖਰ ਨੇ। ਜੇ ਅਸੀਂ ਆਪਣੇ ਗੁਰੂ ਨੂੰ ਰੋਲਾਂਗੇ ਤੇ ਵਿਦਿਆ ਨਹੀਂ ਬੱਚਿਆਂ ਨੂੰ ਮਿਲ ਸਕਦੀ। ਤੁਹਾਨੂੰ 8 ਸਾਲ ਮਿਲੇ ਆ ਨਾ, ਤੁਸੀਂ 8 ਸਾਲ ਵਿੱਚ ਵੀ ਕੁਝ ਨਹੀਂ ਕਰ ਸਕੇ। ਤੁਹਾਨੂੰ ਫਾਈਨੈਂਸ਼ਲੀ ਰਿਚ ਸਕੂਲ ਮਿਲੇ, ਅੱਜ ਤੁਸੀਂ ਟੀਚਰਾਂ ਦੀ ਤਨਖਾਹਾਂ ਵੀ ਨਹੀਂ ਦੇ ਸਕਦੇ। 8 ਸਾਲ ਵਿੱਚ ਫਰਮ ਫਾਈਨੈਂਸ਼ਲੀ ਰਿਚ ਦੇ ਹੈਵ ਬਿਕਮ ਜ਼ੀਰੋ। ਜਿਹੜੇ ਵੀ ਸਰਨਾ ਸਾਹਿਬ ਨੇ ਕੰਮ ਕੀਤੇ ਹੈ, ਜੇ ਆਪਾਂ ਉਹਨਾਂ ਨੂੰ ਬਰੀਕੀ ਨਾਲ ਵੇਖੀਏ, ਉਹ ਉਹਨਾਂ ਨੇ ਉਸ ਮਹੀਨੇ ਵਾਸਤੇ, ਉਸ ਸਾਲ ਵਾਸਤੇ, ਅਗਲੇ 2 ਸਾਲਾਂ ਵਾਸਤੇ ਕੰਮ ਨਹੀਂ ਕੀਤੇ। ਉਹਨਾਂ ਦੀ ਇੱਕ ਵਿਜ਼ਨ ਸੀ ਕਿ ਸਿੱਖ ਕਮਿਊਨਿਟੀ ਗਰੋ ਕਰ ਰਹੀ ਹੈ, ਅਸੀਂ ਇਸ ਤਰ੍ਹਾਂ ਦੇ ਕੰਮ ਕਰੀਏ ਕਿ ਅਗਲੇ 10 ਸਾਲਾਂ ਵਿੱਚ ਕਮਿਊਨਿਟੀ ਨੂੰ ਇਸ਼ੂ ਨਾ ਆਏ। ਉਹਨਾਂ ਦੀ ਇਹ ਵਿਜ਼ਨ ਨਹੀਂ ਸੀ ਕਿ ਅਸੀਂ ਹੁਣ ਦੇਖੀਏ ਹੁਵੇਂ ਕਿਵੇਂ ਅੱਗੇ ਜਾਣਾ, ਕੱਲ ਦੀ ਕੱਲ ਦੇਖਾਂਗੇ। ਆਪਣੇ ਕਿਸੇ ਵੀਰ ਨੂੰ 2006 ਮਾਡਲ ਦੀ ਮਸ਼ੀਨ ਤੇ ਆਪਣੇ ਕਿਸੇ ਵੀਰ ਦਾ ਡਾਇਲਿਸਿਸ ਨਹੀਂ ਹੋਣ ਦੇਣਾ। ਤੁਸੀਂ ਦੱਸੋ, ਤੁਸੀਂ 2006 ਮਾਡਲ ਦੀ ਗੱਡੀ ਖਰੀਦ ਲੋਗੇ ਅੱਜ? ਅਸੀਂ ਉਹਨਾਂ ਨੂੰ ਇੰਨਾ ਸਮਰੱਥ ਬਣਾਈਏ ਕਿ ਉਹ ਕਹਿਣ, ਸਾਰੇ ਕਹਿਣ ਅਸੀਂ ਵੀ ਦਸਵੰਧ ਦੇ ਕੇ ਆਪਣੇ ਇੱਕ ਵੀਰ ਹੈ ਉਸ ਨੂੰ ਵੀ ਉੱਤੇ ਚੱਕੋ। ਸੋ ਐਜੂਕੇਸ਼ਨ ਇਜ਼ ਕੀ ਟੂ ਸਕਸੈਸ। ਅੱਜ ਐਜੂਕੇਸ਼ਨ ਨਹੀਂ ਹੈ ਜਿਸ ਕੌਮ ਕੋਲ, ਜੇ ਐਜੂਕੇਸ਼ਨ ਨਹੀਂ ਹੈ ਤੇ ਜੇ ਬੋਲੀ ਨਹੀਂ ਹੈ, ਇਸ ਦੀ ਹਰ ਪੋਸਟ ਵਿੱਚ ਇਟਸ ਅਬਾਊਟ ਹਿਮ, ਇਟਸ ਨਾਟ ਅਬਾਊਟ ਗੁਰੂ। ਅਗਰ ਕੋਈ ਸੇਵਾ ਕਰ ਰਹੇ ਹੈ ਤੇ ਨਾ ਤੇ ਗੁਰੂ ਦਾ ਹੋਣਾ ਚਾਹੀਦਾ। ਇਹ ਦੱਸੋ ਨਾ, ਬੂਸਟ ਕਰੋ ਕਿ ਮੈਂ ਟੀਚਰਾਂ ਦੀ ਤਨਖਾਹਾਂ ਦੇ ਦਿੱਤੀ ਹੈ। ਇਹ ਕਹੋ ਨਾ ਕਿ ਮੇਰੇ ਵਜ੍ਹਾ ਕਰਕੇ ਟੀਚਰਾਂ ਨੇ ਸੁਸਾਈਡ ਕਰਨੀ ਸੀ, ਮੈਂ ਉਹਨਾਂ ਨੂੰ ਰੋਕ ਲਿਆ। ਇਹ ਮੇਰੇ 4 ਵੀਰ ਸੁਸਾਈਡ ਕਰ ਰਹੇ ਸੀ ਕਿਉਂਕਿ ਤਨਖਾਹਾਂ ਨਹੀਂ ਦਿੱਤੀਆਂ, ਮੈਂ ਰੋਕਿਆ ਜਾ ਕੇ। ਫਿਰ ਤੇ ਮੈਂ ਕਹਾ ਯਾਰ ਕਮਾਲ। ਦਿੱਲੀ ਕਮੇਟੀ ਦਾ ਲੰਗਰ ਕਿਉਂ ਕਰੋਨਾ ਵਕਤ ਬੰਦ ਰਿਹਾ, ਜਦ ਤੱਕ ਸਾਰੀ ਜਗ੍ਹਾ ਖੁੱਲੇ ਹੋਇਆ ਸੀ? ਬੰਦ ਹੋਇਆ ਨਾ, ਚਾਹੇ ਕਿੰਨੀ ਦੇਰ ਵਾਸਤੇ, ਕਿੰਨੇ ਦਿਨਾਂ ਵਾਸਤੇ ਬੰਦ ਹੋਇਆ ਸੀ ਨਾ। ਗੁਰੂ ਦਾ ਲੰਗਰ ਨਹੀਂ ਬੰਦ ਹੋ ਸਕਦਾ ਕਿਉਂਕਿ ਤੁਸੀਂ ਆਪਣੇ ਫੰਡ ਗਲਤ ਚੀਜ਼ਾਂ ਵਿੱਚ ਐਗਜ਼ੌਸਟ ਕਰ ਚੁੱਕੇ। ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਵੌਇਸ ਆਫ ਇੰਡੀਆ ਦੇ ਪ੍ਰੋਗਰਾਮ ਗੂੰਜਾਂ ਸਿੱਖ ਸਿਆਸਤ ਦੀਆਂ। ਮਗਰ ਅਸੀਂ ਗੱਲ ਕਰਾਂਗੇ ਸਿੱਖ ਸਿਆਸਤ ਬਾਰੇ ਨਹੀਂ, ਦਿੱਲੀ ਦੇ ਇੱਕ ਰੁਝਾਨ ਦੇ ਅੰਦਰ ਪੰਜਾਬੀਆਂ ਦਾ ਇੱਕ ਰੁਝਾਨ ਹੈਗਾ ਕਿ ਹਰ ਬੰਦਾ ਪੰਜਾਬ ਦਿੱਲੀ ਨੂੰ ਛੱਡ ਕੇ, ਪੰਜਾਬ ਦੀ ਧਰਤੀ ਨੂੰ ਛੱਡ ਕੇ, ਦਿੱਲੀ ਧਰਤੀ ਨੂੰ ਛੱਡ ਕੇ ਕੈਨੇਡਾ, ਅਮਰੀਕਾ, ਬਾਹਰ ਦੇ ਮੁਲਕਾਂ 'ਚ ਵਸਣਾ ਚਾਹੁੰਦਾ ਹੈ। ਉਹਦਾ ਕਾਰਨ ਹੈਗਾ, ਕੋਈ ਵੀ ਰਿਜਕ ਦਾ ਕਾਰਨ ਹੋ ਸਕਦਾ ਹੈ, ਲਾਈਫ ਸਟਾਈਲ ਦਾ ਕਾਰਨ ਹੋ ਸਕਦਾ ਹੈ। ਇਹੋ ਜਿਹੇ ਕਾਰਨ ਬਥੇਰੇ ਨੇ ਕਿ ਲੋਕੀ ਦਿੱਲੀ ਛੱਡ ਕੇ, ਪੰਜਾਬ ਦੀ ਧਰਤੀ ਨੂੰ ਛੱਡ ਕੇ ਬਾਹਰ ਜਾ ਕੇ ਵਸਦੇ ਰਹਿੰਦੇ ਨੇ। ਮਗਰ ਸਾਡੇ ਨਾਲ ਅੱਜ ਸ਼ਖਸ ਮੌਜੂਦ ਹੈਗੇ ਨੇ ਜਿਹੜੀ ਅਮਰੀਕਾ ਦੀ ਧਰਤੀ ਨੂੰ ਛੱਡ ਕੇ ਅਮਰੀਕਾ ਦੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵੀ ਰਹੇ ਨੇ। ਉਹਨੂੰ ਛੱਡ ਕੇ ਅੱਜ ਦਿੱਲੀ ਕਮੇਟੀ ਚੋਣਾਂ ਵਕਤ ਇੰਡੀਆ 'ਚ ਮੌਜੂਦ ਹੈਗੇ ਨੇ। ਜੀ ਹਾਂ, ਮੈਂ ਗੱਲ ਕਰ ਰਿਹਾ ਸਰਦਾਰ ਪਰਮਜੀਤ ਸਿੰਘ ਸਰਨਾ ਦੇ ਵੱਡੇ ਪੁੱਤਰ। ਉਹਨਾਂ ਦੀ ਗੱਲ ਕਰ ਰਹੇ ਤਾਂ ਉਹਨਾਂ ਤੋਂ ਪੁੱਛਦੇ ਹਾਂ ਕਿ ਤੁਸੀਂ ਪੰਜਾਬ ਨੂੰ ਛੱਡ ਕੇ, ਤੁਸੀਂ ਦਿੱਲੀ ਧਰਤੀ ਨੂੰ ਅਮਰੀਕਾ ਦੀ ਧਰਤੀ ਨੂੰ ਛੱਡ ਕੇ ਇੰਡੀਆ ਵਾਪਸ ਆਉਣ ਦੀ ਗੱਲ ਕਿਉਂ ਸੋਚੀ? ਸਿੰਘ ਸਾਹਿਬ, ਸਵਾਗਤ ਸਾਡੇ ਪ੍ਰੋਗਰਾਮ ਦੇ ਅੰਦਰ। ਤੁਸੀਂ ਇੰਨੀ ਵੱਡਾ ਓਪਰਚੁਨਿਟੀ, ਕੈਨੇਡਾ, ਅਮਰੀਕਾ, ਹਰ ਸਿੱਖ ਦਾ, ਹਰ ਪੰਜਾਬੀ ਦਾ ਸੁਪਨਾ ਹੈਗਾ ਕਿ ਉੱਧਰ ਜਾ ਕੇ ਵਸੇ, ਆਪਣਾ ਵਪਾਰ ਸੈੱਟ ਕਰੇ। ਤੁਸੀਂ ਤਾਂ ਵਪਾਰ ਸੈੱਟ ਕਰ ਚੁੱਕੇ ਸੀ ਤੇ ਸਭ ਕੁਝ ਛੱਡ ਕੇ ਵਾਪਸ ਇੰਡੀਆ। ਮੇਰਾ ਨਾਮ ਹੈ ਪ੍ਰੀਤਪਾਲ ਸਿੰਘ ਸਰਨਾ। ਮੈਂ ਸਰਦਾਰ ਪਰਮਜੀਤ ਸਿੰਘ ਸਰਨਾ ਹੋਰਾਂ ਦਾ ਵੱਡਾ ਫਰਜ਼ੰਦ ਹਾਂ ਤੇ ਮੈਂ ਅਮਰੀਕਾ ਬਹੁਤ ਦੇਰ ਰਿਹਾ। ਉਸ ਤੋਂ ਬਾਅਦ ਇੱਥੇ ਆ ਗਿਆ ਸੀ, ਬਟ ਮੇਰਾ ਕਾਫੀ ਸਮਾਂ ਫਿਰ ਵੀ ਅਮਰੀਕਾ ਲੱਗਦਾ ਸੀ ਤੇ ਮੈਂ ਪੋਲਿਟਿਕਸ ਤੋਂ ਥੋੜਾ ਦੂਰ ਸੀਗਾ ਕਿਉਂਕਿ ਕੰਮ ਦੇ ਰੁਝਾਨ ਵਿੱਚ। ਬਟ ਜਦ ਮੈਂ ਆਪਣੇ ਫਾਦਰ ਦੀ ਪੀੜਾ ਸਮਝੀ, ਉਹਨਾਂ ਦੇ ਸਿੱਖੀ ਪ੍ਰਤੀ ਦਰਦ ਸਮਝਿਆ, ਉਸ ਦਰਦ ਨੂੰ। ਸਿੰਘ ਸਾਹਿਬ, ਮੈਂ ਤੁਹਾਨੂੰ ਰੋਕ ਰਿਹਾ ਕਿਉਂਕਿ ਪੀੜਾ ਐਸੀ ਕਿ 8 ਸਾਲ ਸੱਤਾ ਤੋਂ ਬਾਹਰ ਹੈਗੇ ਨੇ ਕਿ ਸਿੱਖੀ ਦਾ ਦਰਦ ਹੈਗਾ ਸੀ। ਮੇਰੇ ਹਿਸਾਬ ਸਿਰ ਉਹ 8 ਸਾਲ ਕਿਸੇ ਜਗ੍ਹਾ ਤੋਂ, ਜਿਹੜਾ ਉਹਨਾਂ ਦਾ ਮੇਨ ਮੁੱਦਾ ਹੈ ਸੇਵਾ ਦਾ, ਉਹ ਉਸ ਵਿੱਚ 8 ਸਾਲ ਤੋਂ ਵੀ ਹੈਗੇ। ਕਿਵੇਂ?
ਉਹਨਾਂ ਨੂੰ ਸ਼ਾਇਦ ਇਹ ਗੁਰੂ ਸਾਹਿਬ ਦੀ ਹੁਕਮ ਸੀ ਕਿ ਉਹ ਦਿੱਲੀ ਕਮੇਟੀ ਦੀ ਨਾ ਸੇਵਾ ਕਰਕੇ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਸੇਵਾ ਕਰਦੇ। ਉੱਥੇ ਚੂਨਾ ਮੰਡੀ ਦੀ ਗੁਰਦੁਆਰੇ ਦੀ ਸੇਵਾ ਹੋਈ, ਇਸ ਵਕਤ ਡੇਰਾ ਸਾਹਿਬ ਦੀ ਸੇਵਾ ਹੋ ਰਹੀ ਹੈ। ਸੋ ਗੁਰੂ ਔਰ ਲਾਂਘਾ ਖੁੱਲਣ ਵਿੱਚ ਉਹਨਾਂ ਦਾ ਬੜਾ ਵੱਡਾ ਰੋਲ ਹੋਇਆ। ਸੋ ਹਰ ਛੋਟੀ ਛੋਟੀ ਚੀਜ਼ ਜਿਹੜੇ ਸਾਡੇ ਗੁਰਧਾਮ ਪੰਥ ਤੋਂ ਵਿਛੋੜੇ ਗਏ ਸੀ, ਉਹਨਾਂ ਦੀ ਰਿਵਾਈਵਲ, ਉਹਨਾਂ ਦੀ ਸੰਭਾਲ ਵਿੱਚ ਉਹ 8 ਸਾਲ ਉਹਨਾਂ ਨੇ ਉੱਥੇ ਆਪਣੀ ਸੇਵਾ ਕੀਤੀ ਤੇ ਮੈਂ ਨਹੀਂ ਸਮਝਦਾ ਕਿ ਉਹ ਸੇਵਾ ਤੋਂ ਕਦੀ ਬਾਹਰ ਸਨ। ਗੁਰੂ ਸਾਹਿਬ ਦੀ ਮਰਜ਼ੀ ਹੁੰਦੀ ਹੈ, ਉਹਨਾਂ ਨੇ ਕਿੱਥੇ ਕਦ ਕਿਸ ਤਰ੍ਹਾਂ ਸੇਵਾ ਲੈਣੀ ਹੈ, ਉਹ ਸੇਵਾ ਉਹਨਾਂ ਨੇ ਉਹਨਾਂ ਤੋਂ ਲਿੱਤੀ। ਮਗਰ 8 ਸਾਲ ਦਿੱਲੀ ਦੀ ਸੰਗਤ ਨੇ ਉਹਨੂੰ ਸੇਵਾ ਦਿੱਤੀ ਵੀ ਤੇ ਨਹੀਂ। ਦੇਖੋ ਇਹ ਗੁਰੂ ਦੇ ਜਿਹੜੇ ਹੁੰਦੇ ਆ ਨਾ, ਗੁਰੂ ਆਪਣੇ ਸੇਵਾਦਾਰਾਂ ਤੋਂ ਗੁਰੂ ਤੈਅ ਕਰਦਾ ਹੈ ਕਿ ਉਸਨੇ, ਆਪਾਂ ਇਹ ਨਹੀਂ ਕਵਾਂਗੇ ਕਿ ਬਈ ਆਪਾਂ ਇਹ ਕਵਾਂਗੇ ਕਿ ਗੁਰੂ ਦੀ ਮਰਜ਼ੀ ਸੀ ਕਿ ਸਰਨਾ ਸਾਹਿਬ ਇੱਥੋਂ ਵਿਹਲੇ ਹੋ ਕੇ ਪਾਕਿਸਤਾਨ ਗੁਰਦੁਆਰਿਆਂ ਦੀ ਸੇਵਾ ਕਰ। ਇੱਥੇ ਵੀ ਉਹ ਸੇਵਾ ਬਰਾਬਰ ਕਰਦੇ ਰਹੇ। ਜਿਹੜੇ ਉਪਰਾਲੇ ਐਡਾ ਵੱਡਾ ਨਗਰ ਕੀਰਤਨ ਉਹ ਲੈ ਕੇ ਗਏ, ਉਹਨਾਂ ਦੀ ਪਾਰਟੀ ਐਡੀ ਵੱਡਾ ਯੋਜਨਾ ਬਣਨੀਆਂ, ਇਹ ਕੋਈ ਮਾਮੂਲੀ ਕੰਮ ਨਹੀਂ ਹੈ। ਇਹ ਗੁਰੂ ਨੇ ਕਰਾਉਣਾ ਸੀ। ਉਹਦੇ ਪੱਤੇ ਬਗੈਰ, ਉਹਦੇ ਕੋਈ ਪੱਤਾ ਨਹੀਂ ਹਿਲ ਸਕਦਾ ਉਹਦੇ ਹੁਕਮ ਬਗੈਰ। ਤੇ ਜਦ ਆਪਾਂ ਨਗਰ ਕੀਰਤਨ ਵਿੱਚ ਜਾ ਰਹੇ ਸੀ, ਮੈਨੂੰ ਯਾਦ ਹੈ ਮੈਂ ਪਾਲਕੀ ਸਾਹਿਬ ਵਿੱਚ ਸੇਵਾ ਕਰ ਰਿਹਾ ਸੀ ਤੇ ਉੱਥੇ ਬੀਬੀਆਂ ਨੇ ਕਿਹਾ ਕਿ ਸਾਨੂੰ ਐਵੇਂ ਲੱਗ ਰਿਹਾ ਹੈ ਕਿ ਪਹਿਲੀ ਪਾਤਸ਼ਾਹੀ ਇਸ ਨਗਰ ਕੀਰਤਨ ਦੀ ਖੁਦ ਅਗਵਾਈ ਕਰ ਰਹੀ ਹੈ। ਤਾਂ ਹੀ ਉਹ ਇੰਨੀ ਚੜ੍ਹਦੀ ਕਲਾ ਸੀ, ਪੂਰਾ ਦਾ ਪੂਰਾ ਸ਼ਹਿਰ ਬਾਹਰ ਆ ਗਿਆ ਸੀ। ਮੈਂ ਹੁਣ ਉਸ ਗੱਲ ਬਾਰੇ ਸੋਚ ਰਿਹਾ ਤੇ ਮੇਰੇ ਰੋਂਗਟੇ ਖੜੇ ਹੋ ਰਹੇ ਆ ਕਿਉਂਕਿ ਉਹ ਦ੍ਰਿਸ਼ ਵਾਪਸ ਆ ਗਿਆ। ਮਗਰ ਸਿੰਘ ਸਾਹਿਬ, ਤੁਸੀਂ ਮੰਨੋ ਕਿ ਇੱਕ ਸਿਆਸਤ ਦਾ ਲਫ਼ਜ਼ ਜਿਹੜਾ ਹੈਗਾ ਹੈ ਨਾ, ਪੋਲਿਟਿਕਸ ਤੱਕ ਮਤਲਬ ਕਹਿੰਦੇ ਨੇ ਪਾਲਿਸੀਜ਼, ਮਗਰ ਸਿਆਸਤ ਦਾ ਮਤਲਬ ਹੁੰਦਾ ਰਾਜ। ਤੇ ਅੱਜ ਕੱਲ ਜੇ ਮੈਂ ਆਪਣੀ ਪਰਸਨਲ ਗੱਲ ਕਰਾਂ ਤੇ ਗੁਰਦੁਆਰਾ ਕਮੇਟੀ ਦੇ ਅੰਦਰ ਸਿਆਸਤ ਚੱਲ ਰਹੀ ਹੈ, ਪੋਲਿਟਿਕਸ ਨਹੀਂ ਚੱਲ ਰਹੀ, ਕਿਉਂਕਿ ਪੋਲਿਟਿਕਸ ਦਾ ਪਾਲਿਸੀ ਦੇ ਉੱਤੇ ਚੱਲਦੀ ਹੈ। ਤੇ ਲੱਗਦਾ ਨਹੀਂ ਹੈਗਾ ਕਿ ਜਦੋਂ ਨਵੀਂ ਕਮੇਟੀ ਹੈਗੀ ਹੈ, ਇਹ ਆਪਣਾ ਲੈਵਲ ਦਾ ਕੰਮ ਤੇ ਕਰਨ ਦੀ ਕੋਸ਼ਿਸ਼ ਤੇ ਕਰ ਰਹੀ ਹੈ, ਮਗਰ ਉਹ ਇੱਕ ਇਲਜ਼ਾਮ ਲਗਾਉਂਦੇ ਨੇ ਕਿ ਤੁਹਾਡੇ ਸਰਦਾਰ ਸਾਹਿਬ ਬਜ਼ੁਰਗ ਹੋ ਚੁੱਕੇ ਨੇ, ਹੁਣ ਸੇਵਾ ਤੋਂ ਵਾਂਝੇ ਕਿਉਂ ਨਹੀਂ ਹੁੰਦੇ। ਜਿਹੜੀ ਸਰਨਾ ਸਾਹਿਬ ਦੀ ਮੈਂ ਪੀੜਾ ਵੇਖੀ ਹੈ, ਉਹ ਪੀੜਾ ਇਹ ਵੇਖੀ ਹੈ ਕਿ ਇੰਸਟੀਟਿਊਸ਼ਨ ਸਾਡੇ ਤਬਾਹ ਹੋ ਚੁੱਕੇ ਹੈ, ਬੇਸਿਕ ਐਸੈਂਸ ਖਰਾਬ ਹੋ ਚੁੱਕਾ ਹੈ। ਇਸ ਦੀ ਤਾਂਗ ਨੂੰ ਦੇਖ ਕੇ ਉਹ ਸੋਚਦੇ ਆ ਕਿ ਵੀ ਜੇ ਮੈਂ ਅੱਗੇ ਹੁਣ ਦੁਬਾਰਾ ਇਲੈਕਸ਼ਨਾਂ ਵਿੱਚ ਨਾ ਖੜਾ ਹੋਇਆ, ਨਾ ਲੜਿਆ, ਪਾਰਟੀ ਨੂੰ ਨਾ ਲੜਾਇਆ, ਤੇ ਮੈਂ ਗੁਰੂ ਦਾ ਸ਼ਾਇਦ ਦੋ ਕਮਾਵਾਂਗਾ। ਸੋ ਇਹ ਚੀਜ਼ ਵੇਖ ਕੇ ਅਸੀਂ ਜਦ ਅਸੀਂ ਗਰੋ ਕਰ ਰਹੇ ਸੀ ਆਪਣੀ ਕੰਪਨੀ ਵਿੱਚ, ਇੱਕ ਬਹੁਤ ਵੱਡੀ US ਦੀ ਕੰਪਨੀ ਆਈ ਤੇ ਅਸੀਂ ਉਹ ਮੀਟਿੰਗ ਹੋਈ ਤੇ ਬਾਅਦ ਵਿੱਚ ਉਹਨਾਂ ਨੇ ਸਾਨੂੰ ਸਿਲੈਕਟ ਕੀਤਾ ਕਿ ਵੀ ਅਸੀਂ ਕੰਮ ਕਰਨਾ ਹੈ। ਤੇ ਉਹਨਾਂ ਨੇ ਮੈਨੂੰ ਕਿਹਾ ਕਿ ਵੀ ਆਰ ਸੈਟਿਸਫਾਈਡ ਬਿਕੋਜ਼ ਯੂ ਹੈਵ ਵਿਜ਼ਡਮ ਐਂਡ ਯੂਥ। ਸੋ ਜਿਹੜੇ ਮੇਰੇ ਵੀਰ ਕਹਿੰਦੇ ਆ ਵੀ ਸਰਨਾ ਸਾਹਿਬ ਬਜ਼ੁਰਗ ਹੋ ਗਏ ਹੈ, ਅਸੀਂ ਉਹਨਾਂ ਦੀ ਵਿਜ਼ਡਮ ਲੈਣੀ ਹੈ। ਯੂਥ ਅਸੀਂ ਹੈਗੇ, ਅਸੀਂ ਭੱਜਾਂਗੇ, ਕੰਮ ਪੂਰੇ ਕਰਾਵਾਂਗੇ। ਔਰ ਇਸੀ ਕਰਕੇ ਮੈਂ ਅੱਜ ਅੱਗੇ ਆ ਰਿਹਾ ਤਾਂ ਕਿ ਮੈਂ ਇਹ ਚਾਹੁੰਦਾ ਕਿ ਸਕੂਲਾਂ ਦੇ ਟੀਚਰਾਂ ਨੂੰ ਵੀ ਮੈਂ ਮਿਲਿਆ ਕਿ ਆਈ ਐਮ ਅ ਪ੍ਰੋਡਕਟ ਆਫ GHPS ਐਂਡ ਆਈ ਐਮ ਪ੍ਰਾਊਡ ਆਫ ਇਟ। ਤੁਸੀਂ GHPS ਪੜ੍ਹੇ ਹੋ? ਮੈਂ GHPS ਪੜ੍ਹਾ ਐਂਡ ਆਈ ਐਮ ਪ੍ਰਾਊਡ ਟੂ ਬੀ ਅ। ਮਗਰ GHPS ਅੱਜ ਦੇ ਜਿਹੜੇ ਹਾਲਾਤ ਨੇ GHPS ਦੇ, ਤੁਸੀਂ ਮੰਨਦੇ ਹੋ ਕਿ ਕੋਈ ਵੀ ਪੇਰੈਂਟ, ਤੁਸੀਂ ਆਪਣੇ ਬੱਚੇ ਵੀ ਨਹੀਂ ਪਾਣਾ ਚਾਹੋਗੇ GHPS ਦੇ ਅੰਦਰ? ਮੈਂ ਤੁਹਾਡੇ ਨਾਲ ਬਿਲਕੁਲ ਐਗਰੀ ਕਰਦਾ। ਇਸੀ ਕਰਕੇ ਦਾਸ ਨੇ ਇੱਕ ਸਰਨਾ ਸਾਹਿਬ ਦੀ ਗਾਈਡੈਂਸ ਦੇ ਨਾਲ ਇੱਕ ਪੇਪਰ ਵੀ ਤਿਆਰ ਕੀਤਾ ਹੈ। ਪ੍ਰਿੰਸੀਪਲ ਮਿਨਾਸ ਤੋਂ ਵੀ ਪੂਰੀ ਇਨਪੁਟ ਲਿੱਤੀ ਹੈ। ਅਸੀਂ ਸ਼ਾਇਦ ਲਾਂਚ ਵੀ ਕਰਾਂਗੇ ਅਗਲੇ 2-3 ਦਿਨਾਂ ਵਿੱਚ ਕਿ ਅਸੀਂ ਕਿਸ ਤਰ੍ਹਾਂ ਸਟੈਪ ਬਾਏ ਸਟੈਪ ਜਾ ਕੇ ਅਸੀਂ ਸਕੂਲਾਂ ਨੂੰ ਰਿਵਾਈਵ ਕਰਨਾ ਹੈ। ਦੇਖੋ ਪਹਿਲੀ ਗੱਲ ਹੈ, ਜਿਹੜੇ ਟੀਚਰਸ ਹੈ ਉਹ ਸਾਡੇ ਗੁਰੂ ਆਖਰ ਨੇ। ਜੇ ਅਸੀਂ ਆਪਣੇ ਗੁਰੂ ਨੂੰ ਰੋਲਾਂਗੇ ਤੇ ਵਿਦਿਆ ਨਹੀਂ ਬੱਚਿਆਂ ਨੂੰ ਮਿਲ ਸਕਦੀ। ਸੋ ਪਹਿਲੇ ਅਸੀਂ ਉਹਨਾਂ ਨੂੰ ਠੀਕ ਕਰਨਾ ਹੈ। ਜਦ ਤੁਸੀਂ ਸਿਕਿਉਰ ਹੋਗੇ ਤਦੀ ਤੁਹਾਡੀ ਕਮਿਟਮੈਂਟ ਤੁਹਾਡੇ ਵਰਕ ਵਿੱਚ ਆਏਗੀ। ਜਦ ਤੁਹਾਨੂੰ ਤੰਗ ਕੀਤਾ ਜਾਏਗਾ, ਤੁਸੀਂ ਸਿਕਿਉਰ ਨਹੀਂ ਹੋ ਆਪਣੀ ਜੌਬ ਵਿੱਚ, ਤੁਹਾਨੂੰ ਇਹ ਨਹੀਂ ਪਤਾ, you cannot be committed. When you are not committed, you cannot teach kids.
that has resulted in the big downfall. There has been policies change ਹੋਈਆਂ ਸਕੂਲਾਂ ਦੀ। ਕਿਵੇਂ? ਉਹ ਇੱਕੋ ਗੱਲ ਕਹਿੰਦੇ ਆਏ ਨੇ ਕਿ 8 ਸਾਲ ਪਹਿਲੇ ਸਰਨਾ ਸਾਹਿਬ ਕੁਝ ਗਲਤੀਆਂ ਇਹੋ ਜਿਹੀਆਂ ਕਰ ਗਏ ਸੀ ਕਿ ਅੱਜ ਵੀ 8 ਸਾਲ ਬਾਅਦ ਸਕੂਲ ਨਹੀਂ ਖੜੇ ਹੋ ਪਾ ਰਹੇ ਨੇ। ਇਹ ਪਤਾ ਗੱਲ ਕੀ ਹੈ, ਮਤਲਬ ਤੁਹਾਨੂੰ 8 ਸਾਲ ਮਿਲੇ ਆ ਨਾ, ਤੁਸੀਂ 8 ਸਾਲ ਵਿੱਚ ਵੀ ਕੁਝ ਨਹੀਂ ਕਰ ਸਕੇ। ਤੁਹਾਨੂੰ ਫਾਈਨੈਂਸ਼ੀਅਲੀ ਰਿਚ ਸਕੂਲ ਮਿਲੇ, ਅੱਜ ਤੁਸੀਂ ਟੀਚਰਾਂ ਦੀ ਤਨਖਾਹਾਂ ਵੀ ਨਹੀਂ ਦੇ ਸਕਦੇ। 8 ਸਾਲ ਵਿੱਚ from financially rich they have become zero. So ਸੰਗਤ ਜੇ ਚਾਹੇਗੀ ਕਿ ਸਰਨਾ ਸਾਹਿਬ ਨੂੰ ਦੇਗੀ ਤੇ ਇਹ 4 ਸਾਲਾਂ ਵਿੱਚ we will set the goal। ਦੇਖੋ ਇੱਕ ਹੀ ਹੈ, ਵਿਜ਼ਨ ਹੁੰਦੀ ਹੈ ਲੀਡਰ ਦੀ। ਜਿਹੜੇ ਵੀ ਸਰਨਾ ਸਾਹਿਬ ਨੇ ਕੰਮ ਕੀਤੇ ਹੈ, ਜੇ ਆਪਾਂ ਉਹਨਾਂ ਨੂੰ ਬਰੀਕੀ ਨਾਲ ਵੇਖੀਏ, ਉਹ ਉਹਨਾਂ ਨੇ ਉਸ ਮਹੀਨੇ ਵਾਸਤੇ, ਉਸ ਸਾਲ ਵਾਸਤੇ, ਅਗਲੇ 2 ਸਾਲਾਂ ਵਾਸਤੇ ਕੰਮ ਨਹੀਂ ਕੀਤੇ। ਉਹਨਾਂ ਦੀ ਇੱਕ ਵਿਜ਼ਨ ਸੀ ਕਿ ਸਿੱਖ ਕਮਿਊਨਿਟੀ ਗਰੋ ਕਰ ਰਹੀ ਹੈ, ਅਸੀਂ ਇਸ ਤਰ੍ਹਾਂ ਦੇ ਕੰਮ ਕਰੀਏ ਕਿ ਅਗਲੇ 10 ਸਾਲਾਂ ਵਿੱਚ ਕਮਿਊਨਿਟੀ ਨੂੰ ਇਸ਼ੂ ਨਾ ਆਏ। ਉਹਨਾਂ ਦੀ ਇਹ ਵਿਜ਼ਨ ਨਹੀਂ ਸੀ ਕਿ ਅਸੀਂ ਹੁਣ ਦੇਖੀਏ ਹੁਵੇਂ ਕਿਵੇਂ ਅੱਗੇ ਜਾਣਾ, ਕੱਲ ਦੀ ਕੱਲ ਦੇਖਾਂਗੇ। ਅਗਰ ਉਹਨਾਂ ਨੇ ਰਕਾਬਗੰਜ ਸਾਹਿਬ ਦਾ ਪ੍ਰੋਜੈਕਟ ਚਲਾਇਆ, ਉਹ ਕਿਉਂ ਚਲਾਇਆ? ਕਿਉਂਕਿ ਉਹਨਾਂ ਦੀ ਵਿਜ਼ਨ ਸੀ ਕਿ ਇਹ ਪ੍ਰੋਜੈਕਟ ਅਗਰ ਮੁਕੰਮਲ ਹੋ ਜਾਂਦਾ ਹੈ, ਅਗਲੇ 50 ਸਾਲ ਟਿਲ 2050 ਸਿੱਖ ਦੀ ਸਾਰੀ ਨੀਡਸ ਪੂਰੀ ਹੋਣਗੀ। ਅਸੀਂ ਆਪਣੇ ਘਰਾਂ ਵਿੱਚ ਰਹਿ ਰਹੇ ਹਾਂ, ਸਾਡੇ ਬਜ਼ੁਰਗਾਂ ਨੇ ਸਾਨੂੰ ਘਰ ਬਣਾ ਕੇ ਦਿੱਤਾ, ਬਟ ਸਾਡਾ ਪਰਿਵਾਰ ਵੱਧ ਗਿਆ। ਅਸੀਂ ਕਮਰਾ ਵੀ ਪਾਉਂਦੇ ਹਾਂ, ਫਲੋਰ ਵੀ ਪਾਉਂਦੇ ਹਾਂ, ਆਪਣੀ ਫੈਮਿਲੀ ਦੀ ਨੀਡਸ ਪੂਰੀ ਕਰਦੇ ਹਾਂ। ਇਹ ਥੋੜ੍ਹਾ ਕਿ ਨਹੀਂ ਅਸੀਂ ਉਸੇ ਪੜਛੱਤੀ ਵਿੱਚ ਰਹਿਣਾ, ਇਹ ਕਿਵੇਂ ਹੋ ਸਕਦਾ? ਐਜ਼ ਅ ਫੈਮਿਲੀ ਗਰੋ ਕਰ ਰਹੇ ਹਾਂ, ਆਪਣੇ ਅਦਾਰੇ ਗਰੋ ਕਰ ਰਹੇ ਹਾਂ ਟੂ ਮੇਕ ਅਵਰ ਫੈਮਿਲੀ ਕੰਫਰਟੇਬਲ। ਅਸੀਂ ਸਿੱਖ ਕਮਿਊਨਿਟੀ ਇਸ ਤਰ੍ਹਾਂ ਕਿਉਂ ਨਹੀਂ ਗਰੋ ਹੋ ਸਕਦੇ ਕਿ ਸਾਡੇ ਸਾਰਾ ਸਿੱਖ ਕਮਿਊਨਿਟੀ ਇਜ਼ ਐਟ ਕੰਫਰਟ? ਮਗਰ ਇਹ ਤੇ ਗੱਲ ਦੱਸੋ, ਤੁਹਾਨੂੰ ਇੰਟਰੋਡਿਊਸ ਅਸੀਂ ਜੇ ਤੁਸੀਂ ਕਹਿੰਦੇ ਮੈਨੂੰ ਇੰਟਰੋਡਿਊਸ ਕਰ ਰਹੇ ਆ, ਮੈਂ ਭਾਈਜੋੜ ਕਰਾਂਗਾ, ਕਿੱਧਰ ਨਾ ਕਿੱਧਰ ਪਰਿਵਾਰਵਾਦ ਆ ਜਾਵੇਗਾ ਫਿਰ ਇੱਧਰ ਵੀ। ਤੇ ਦੇਖੋ ਜੀ, ਇੱਕ ਗੱਲ ਮੈਂ ਬੜੀ ਕਲੀਅਰ ਦੱਸਣਾ ਚਾਹੁੰਦਾ, ਨਾ ਦਾਸ ਨੇ ਕਦੀ ਇਲੈਕਸ਼ਨ ਲੜਨੀ, ਨਾ ਦਾਸ ਨੇ ਕਦੀ ਪਾਰਟੀ ਦਾ ਕੋਈ ਅਹੁਦਾ ਲੈਣਾ। ਸੇਵਾ ਜ਼ਰੂਰ ਕਰਨੀ, ਕਿਉਂਕਿ ਸਾਨੂੰ ਗੁੜਤੀ ਮਿਲੀ ਹੋਈ ਹੈ ਸੇਵਾ ਦੀ। ਮੈਂ ਆਪਣੇ ਸਾਰੇ ਵੀਰਾਂ ਨਾਲ ਜਿਹੜੇ ਇਸ ਵਕਤ ਪਾਰਟੀ ਵਿੱਚ ਹਨ, ਪਾਰਟੀ ਦੇ ਅਹੁਦੇਦਾਰ ਹਨ, ਸਾਡੇ ਵਰਕਰ ਹਨ, ਮੈਂ ਉਹਨਾਂ ਨਾਲ ਹੱਥ ਮਿਲਾ ਕੇ, ਬਾਂਹ ਨਾਲ ਬਾਂਹ ਫੜ ਕੇ ਉਹਨਾਂ ਨਾਲ ਚੱਲਾਂਗਾ। ਜਿੱਥੇ ਮੇਰੀ ਲੋੜ ਹੈ ਉੱਥੇ ਮੈਂ ਅੱਗੇ ਆਵਾਂਗਾ, ਜਿੱਥੇ ਮੇਰੇ ਵੀਰ ਦੀ ਲੋੜ ਹੈ ਉੱਥੇ ਮੇਰਾ ਵੀਰ ਅੱਗੇ ਆਏਗਾ। ਮਗਰ We have ਵਿਜ਼ਨ, to do it collectively। ਮਗਰ ਇੱਕ ਗੱਲ ਦੱਸਾਂ, ਮਨਜਿੰਦਰ ਸਿੰਘ ਸਿਰਸਾ ਤੁਹਾਡੇ ਇਲਾਕੇ, ਤੁਹਾਡੇ ਫਾਦਰ ਸਾਹਿਬ ਨਾਲ ਕੰਟੈਸਟ ਵੀ ਕਰ ਰਹੇ ਨੇ, ਆਪ ਹਾਰਸ਼ ਵਰਡ ਵਰਤ ਰਹੇ ਆ, ਤੁਹਾਡੇ ਫਾਦਰ ਸਾਹਿਬ ਨੂੰ 2 ਵਾਰ ਉਹਨਾਂ ਨੇ ਹਰਾਇਆ ਵੀ ਹੈ, ਠੀਕ ਹੈ ਜੀ। ਉਹ ਇੱਕੋ ਵਾਰ ਕਹਿੰਦੇ ਨੇ ਕਿ ਤੁਹਾਡੇ ਕੋਲ ਏਜੰਡਾ ਹੀ ਕੋਈ ਨਹੀਂ ਹੈ, ਤੁਸੀਂ ਨੈਗੇਟਿਵ ਪੋਲਿਟਿਕਸ ਕਰਦੇ ਹੋ। ਹਾਂ, ਸਾਡੇ ਕੋਲ ਦੇਖੋ, ਸਾਡੇ ਕੋਲ ਸਿੱਖੀ ਵਾਸਤੇ ਜੇ ਸਾਡੇ ਕੋਲ ਏਜੰਡਾ ਨਹੀਂ ਹੈ, ਫਿਰ ਤੇ ਮੈਂ ਇਹ ਸਮਝ ਸਕਦਾ ਕਿ ਇਹਨਾਂ ਨੇ ਆਪਣੇ 8 ਸਾਲ ਸਿਰਫ ਇਲੈਕਸ਼ਨ ਲੜਨ ਵਿੱਚ ਗੁਜ਼ਾਰ ਦਿੱਤੇ ਹੈ। ਕਦੀ ਕਾਉਂਸਲਰ ਦੀ, ਅੱਜ ਪ੍ਰੋਬਲਮ ਕਿਉਂ ਹੈ? ਅੱਜ ਸਾਰੀ ਕਮਿਊਨਿਟੀ ਹਾਹਾਕਾਰ ਕਿਉਂ ਮੱਚੀ ਹੋਈ ਹੈ? ਕਿਉਂਕਿ ਬਾਦਲਾਂ ਦੇ ਥਾਪੇ ਪ੍ਰਧਾਨਾਂ ਨੇ ਸਿਰਫ ਇਲੈਕਸ਼ਨ ਲੜਨੀ, ਕਦੀ ਦਿੱਲੀ ਕਮੇਟੀ ਦੀ, ਕਦੀ ਕਾਉਂਸਲਰ ਦੀ, ਕਦੀ ਐਮਐਲਏ ਦੀ। ਕੋਸ਼ਿਸ਼ ਇਹਨਾਂ ਦੀ ਐਮਪੀ ਦੀ ਵੀ ਸੀ, ਬਟ ਉਹ ਇਹਨਾਂ ਨੂੰ ਟਿਕਟਾਂ ਨਹੀਂ ਮਿਲੀਆਂ। ਸੋ ਇਹਨਾਂ ਨੇ 8 ਸਾਲ, ਆਪਾਂ ਗਿਣਤੀ ਤੇ ਲਗਾਈ ਹੈ, 8 ਸਾਲ ਵਿੱਚ ਇਹਨਾਂ ਨੇ ਕਿੰਨੇ ਸਾਲ ਇਲੈਕਸ਼ਨ ਲੜੀ ਹੈ, ਔਰ ਉਹ ਸਾਰੀ ਫੰਡਿੰਗ ਗੁਰਦੁਆਰੇ ਤੋਂ। ਗੁਰੂ ਘਰ ਦੀ ਇੰਸਟੀਟਿਊਸ਼ਨ, ਗੁਰੂ ਘਰ ਦੇ ਵਸੇ ਉਹ ਮਾਇਆ ਨਹੀਂ ਲੱਗੀ। ਸਾਡੇ ਵੀਰਾਂ ਜਿਹੜੇ ਪਾਵਰਟੀ ਲਾਈਨ ਤੋਂ ਘੱਟ ਹੈ, ਉਹਨਾਂ ਨੂੰ ਰੋਜ਼ਗਾਰ ਦੇਣ ਵਾਸਤੇ, ਉਹਨਾਂ ਦੀ ਵੈਲਫੇਅਰ ਵਾਸਤੇ, ਉਹਨਾਂ ਦੀ ਮੈਂਟਲ ਹੈਲਥ ਵਾਸਤੇ ਉਹ ਪੈਸਾ ਨਹੀਂ ਲੱਗਿਆ। ਜਿਵੇਂ ਕਹਿੰਦੇ ਗੁਰੂ ਦੀ ਗੋਲਕ, ਗਰੀਬ ਦਾ ਮੂੰਹ ਤੇ ਗੁਰੂ ਦੀ ਗੋਲਕ, ਉਸ ਵਾਸਤੇ ਨਹੀਂ ਲੱਗਿਆ। ਬੜੀ ਵਧੀਆ ਗੱਲ ਕਰ ਰਹੇ ਹੋ, ਸੁਣਨ 'ਚ ਅੱਛੀ ਲੱਗ ਰਹੀ ਹੈ। ਮਗਰ ਸਿਆਸਤ ਦੀ ਅਸੀਂ ਗੱਲ ਕਰੀਏ ਤੇ ਸਿਆਸਤ ਦੇ ਅੱਜ ਦਾ ਮਾਹੌਲ ਹੈਗਾ ਫ੍ਰੀ। ਤੁਸੀਂ ਫ੍ਰੀ ਕੀ ਦੇਣਾ ਚਾਹੁੰਦੇ ਹੋ? ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਦੇਖੋ ਉਹਨਾਂ ਨੇ ਤਾਂ ਡਾਇਲਿਸਿਸ ਸੈਂਟਰ ਫ੍ਰੀ, ਉਹਨਾਂ ਨੇ ਦਿੱਤਾ ਐਮਆਰਆਈ ਸੈਂਟਰ ਫ੍ਰੀ, ਤੁਸੀਂ ਕਹਿ ਰਹੇ ਹੋ। ਮੈਂ ਆਪਣੇ ਕਿਸੇ ਵੀਰ ਨੂੰ 2006 ਮਾਡਲ ਦੀ ਮਸ਼ੀਨ ਤੇ ਆਪਣੇ ਕਿਸੇ ਵੀਰ ਦਾ ਡਾਇਲਿਸਿਸ ਨਹੀਂ ਹੋਣ ਦੇਣਾ। ਤੁਸੀਂ ਦੱਸੋ, ਤੁਸੀਂ 2006 ਮਾਡਲ ਦੀ ਗੱਡੀ ਖਰੀਦ ਲੋਗੇ ਅੱਜ?
ਪੋਸੀਬਲ ਨਹੀਂ ਹੈਗਾ ਉਹ। क्यों? क्योंकि पता ही नहीं पॉइंट ए तो पॉइंट बी पहुंचागा ठीक कि नहीं कि बिल आ जाएगा। ਤੇ ਉਸ ਵਿੱਚ ਜਿਸ ਬੰਦੇ ਦੀ ਲਾਈਫ ਐਂਡ ਡੈਥ ਦਾ ਸਿਚੁਏਸ਼ਨ ਹੈ, ਮੈਂ ਉਸ ਮਸ਼ੀਨ ਤੇ ਆਪਣੇ ਕਿਸੇ ਵੀਰ ਨੂੰ ਉੱਥੇ ਕਿਉਂ ਚੜਨ ਦਾਂਗਾ? ਦੇਖੋ, ਅਸੀਂ ਆਪਣੇ ਸਿੱਖ ਭਰਾਵਾਂ ਨੂੰ ਦਾ ਹੱਥ ਇਸ ਤਰ੍ਹਾਂ ਨਹੀਂ ਫੈਲਾਉਣਾ, ਅਸੀਂ ਉਹਨਾਂ ਨੂੰ ਸਮਰੱਥ ਬਣਾਉਣਾ ਕਿ ਉਹਨਾਂ ਦਾ ਹੱਥ ਇਸ ਤਰ੍ਹਾਂ ਫੈਲੇ। Sikhs are entrepreneurs, Sikhs are not beggars। ਸਿਕਸ ਤੇ ਕਦੀ ਬੈਗਰ ਰਿਹਾ ਵੀ ਨਹੀਂ। ਅਸੀਂ ਫ੍ਰੀ, ਅਸੀਂ ਉਹਨਾਂ ਨੂੰ ਇੰਨਾ ਸਮਰੱਥ ਬਣਾਈਏ ਕਿ ਉਹ ਕਹਿਣ, ਸਾਰੇ ਕਹਿਣ ਅਸੀਂ ਵੀ ਦਸਵੰਧ ਦੇ ਕੇ ਆਪਣੇ ਇੱਕ ਵੀਰ ਹੈ ਉਸ ਨੂੰ ਵੀ ਉੱਤੇ ਚੱਕਣਾ। ਸੋ ਐਜੂਕੇਸ਼ਨ ਇਜ਼ ਕੀ ਟੂ ਸਕਸੈਸ। ਅੱਜ ਐਜੂਕੇਸ਼ਨ ਨਹੀਂ ਹੈ ਜਿਸ ਕੌਮ ਕੋਲ, ਜੇ ਐਜੂਕੇਸ਼ਨ ਨਹੀਂ ਹੈ ਤੇ ਜੇ ਬੋਲੀ ਨਹੀਂ ਹੈ, ਉਹ ਕੌਮ ਖਤਮ। ਸਵਾਲ ਮੇਰਾ ਬੜਾ ਘੁਮਾ ਫਿਰਾ ਕੇ ਉਧਰ ਹੀ ਆ ਰਿਹਾ ਹੈ, ਵੋਟਾਂ ਤੇ ਫ੍ਰੀ ਨੂੰ ਪੈਂਦੀਆਂ ਨੇ। ਦੇਖੋ, ਵੋਟਾਂ ਫ੍ਰੀ ਨੂੰ ਪੈਂਦੀਆਂ, ਬਟ ਮੈਂ ਆਪਣੇ ਸਾਰੇ ਸਿੱਖ ਭਰਾਵਾਂ ਨੂੰ ਇਹ ਬੇਨਤੀ ਵੀ ਕਰਨਾ ਚਾਹਾਂਗਾ ਕਿ ਇਹ ਜਿਹੜੀ ਇਲੈਕਸ਼ਨ ਹੈ, ਇਹ ਇਲੈਕਸ਼ਨ ਫ੍ਰੀ ਵਸੇ ਨਹੀਂ ਹੈ। ਇਹ ਇਲੈਕਸ਼ਨ ਹੈ ਸਿੱਖੀ ਸਿਧਾਂਤਾਂ ਨੂੰ ਬਚਾਉਣ ਦੀ, ਐਜੂਕੇਸ਼ਨ ਨੂੰ ਬਚਾਉਣ ਲਈ। ਜਿਸ ਦਿਨ ਅਸੀਂ ਐਜੂਕੇਸ਼ਨ ਨੂੰ ਬਚਾ ਲਿਆ, ਜਿਹੜਾ ਸਰਨਾ ਸਾਹਿਬ ਦਾ ਪ੍ਰੋਜੈਕਟ ਸੀ ਹਸਪੀਟਲ ਦਾ, ਜੇ ਅੱਜ ਉਹ ਚੱਲ ਰਿਹਾ ਹੁੰਦਾ, ਸਿੱਖਾਂ ਕੋਲ ਸਰਪਲਸ ਪੈਸੇ ਹੁੰਦੇ ਇੰਸਟੀਚਿਊਸ਼ਨ ਵਿੱਚ, ਅਸੀਂ ਆਪਣੇ ਹਰ ਵੀਰ ਦੇ ਫ੍ਰੀ ਕਿਉਂ ਕਹੀਏ, ਅਸੀਂ ਉਸ ਨੂੰ ਇੰਟਰਪ੍ਰੀਨਿਓਰ ਬਣਾ। ਆਪਾਂ ਵਰਡ ਫ੍ਰੀ ਨਹੀਂ ਯੂਜ਼ ਕਰਨਾ, ਆਪਾਂ ਕਹਿਣਾ ਕਿ ਆਪਣੇ ਹਰ ਵੀਰ ਨੂੰ ਅਸੀਂ ਇੰਟਰਪ੍ਰੀਨਿਓਰ ਬਣਾ। ਅੱਜ ਸਰਨਾ ਸਾਹਿਬ ਦੇ ਲੀਡਰਸ਼ਿਪ ਵਿੱਚ ਮਾਤਾ ਗੁਜਰੀ ਸੈਂਟਰ ਖੁੱਲਿਆ। ਉਹ ਕਿਉਂ ਖੁੱਲਿਆ? ਤਾਂ ਕਿ ਜਿਹੜੀ ਸਾਡੀ ਭੈਣਾਂ ਹੈਗੀਆਂ, ਮਾਤਾਵਾਂ ਹੈਗੀਆਂ, ਉਹ ਸਮਰੱਥ ਬਣਨ। ਦੇਖੋ, ਗੁਰੂ ਸਾਹਿਬ ਨੇ ਵੂਮਨ ਨੂੰ ਤਦ ਇੰਡੋਰਸ ਕਰ ਦਿੱਤਾ ਸੀ ਆਪਣੇ ਜੀਵਨ ਵਿੱਚ। ਆਪਾਂ ਜੇ ਇਤਿਹਾਸ ਪੜ੍ਹੀਏ ਬੇਬੀ ਨਾਨਕੀ ਤੋਂ ਲੈ ਕੇ ਮਾਤਾ ਬੀਬੀ ਤੱਕ, ਗੁਰੂ ਸਾਹਿਬ ਦੇ ਵਕਤ ਤੋਂ ਉਹਨਾਂ ਨੇ ਵੂਮਨ ਨੂੰ ਇੰਡੋਰਸ ਕੀਤਾ ਕਿ ਦੇ ਆਰ ਨੋ ਲੈਸ। ਆਈ ਥਿੰਕ ਵੂਮਨਸ ਆਰ ਈਵਨ ਮੋਰ ਕੈਪੇਬਲ ਦੈਨ ਮੈਨ। ਇੱਕ ਪਾਸੇ ਉਹ ਘਰ ਸਾਂਭਦੀਆਂ, ਇੱਕ ਪਾਸੇ ਬੱਚੇ ਸਾਂਭਦੀਆਂ। ਤੁਸੀਂ ਕਹਿ ਰਹੇ ਹੋ, ਮਗਰ ਟਿਕਟ ਦੇਣ ਦੀ ਵਾਰੀ ਆਂਦੀ ਹੈ ਨਾ, ਕੋਈ ਵੀ ਪਾਰਟੀ ਹੋਵੇ, ਟਿਕਟ ਨਹੀਂ ਦਿੰਦੀ ਵੂਮਨ ਨੂੰ। ਟਿਕਟ ਦੀ ਦੇਖੋ, ਜਿਹੜੀ ਵੂਮਨ ਅੱਗੇ ਆਉਂਦੀ ਹੈ ਉਸ ਨੂੰ ਟਿਕਟ ਮਿਲਦਾ ਹੈ। ਕਈ ਵਾਰੀ ਸਾਡੀ ਸੁਸਾਇਟੀ ਇਸ ਤਰ੍ਹਾਂ ਹੈ ਕਿ ਵੂਮਨ ਆਪ ਅੱਗੇ ਨਹੀਂ ਆਉਂਦੀ ਬਿਕੋਜ਼ ਆਫ XY ਰੀਜ਼ਨਸ। ਤੇ ਇਹ ਨਹੀਂ ਹੈ ਕਿ ਬਈ, ਬਟ ਸਾਨੂੰ ਫਰਕ ਨਹੀਂ ਰੱਖਦਾ, ਸਾਨੂੰ ਉਹ ਪਰਸੈਪਸ਼ਨ ਚੇਂਜ ਕਰਨੀ ਹੈ। ਤੇ ਅਸੀਂ ਚਾਹੁੰਦੇ ਹਾਂ ਵੀ ਸਾਡੀ ਜਿਹੜੀ ਵੂਮਨ ਹੈ, ਦੇ ਸ਼ੁੱਡ ਕਮ ਐਟ ਪਾਵਰ, ਤਾਂ ਕਿ ਆਉਣ ਵਾਲੇ ਵਕਤ ਵਿੱਚ ਇਸ ਤਰ੍ਹਾਂ ਹੋਏ ਕਿ ਅੱਧੀ ਸੀਟਾਂ ਵੂਮਨ ਵੀ ਲੜਨ, ਅੱਧੀ ਲੜਨ, 1/3 ਲੜਨ, 2/3 ਲੜਨ, ਤਾਂ ਕਿ ਉਹ ਅੱਗੇ ਆਣਗੇ। ਹੁਣ ਜੇ ਇਤਿਹਾਸ ਵਿੱਚ ਦਿੱਲੀ ਦੇ ਬੜੇ ਜ਼ਿਆਦਾ ਸਿੱਖ ਜਿਹੜੇ ਹੈਗੇ ਨੇ ਨਾ, ਉਹ ਸਿਲੈਕਸ਼ਨ ਤੋਂ ਹੀ ਖਿਲਾਫ ਹੈਗੇ ਨੇ, ਉਹ ਸਿਲੈਕਸ਼ਨ ਮਾਡਲ ਨੂੰ ਜਾਂਦੇ ਨੇ। ਬਿਲਕੁਲ ਠੀਕ ਹੈ, ਸਿਲੈਕਸ਼ਨ ਵੀ ਹੋਣੀ ਚਾਹੀਦੀ ਹੈ, ਬਟ ਇਹ ਹੁਣ ਸਿਸਟਮ ਸਾਡੇ ਤੇ ਸਰਕਾਰਾਂ ਵੱਲੋਂ ਆ ਚੁੱਕੇ ਹੈ, ਔਰ ਇਹ ਸਿਸਟਮ ਦੀ ਡਿਮਾਂਡ ਵੀ ਅਸੀਂ ਕੀਤੀ ਸੀ। ਠੀਕ ਹੈ ਕਿ ਨਹੀਂ? ਹੁਣ ਗੱਲ ਇਹ ਹੈ ਕਿ ਹੁਣ ਜਿਹੜਾ ਸਿਸਟਮ ਸਾਡੇ ਕੋਲ ਆ ਗਿਆ ਹੈ, ਅਸੀਂ ਜੇ ਚਾਹੀਏ ਉਹ ਸਿਸਟਮ ਨੂੰ ਸਿਲੈਕਸ਼ਨ ਵੀ ਬਣਾ ਸਕਦੇ ਹਾਂ, ਆਪਣੀ ਵੋਟ ਦੀ ਯੂਜ਼ ਕਰਕੇ ਸਹੀ ਬੰਦਿਆਂ ਨੂੰ ਅੱਗੇ ਲੈ ਕੇ ਆਵਾਂਗੇ, ਅੱਗੇ ਸਭ ਕੁਝ ਠੀਕ ਹੁੰਦਾ ਜਾਏ। ਅੱਜ ਟੈਂਦੀ ਗੱਲਾਂ ਦੀ ਗੱਲਾਂ ਇਸ ਕਰਕੇ ਹੈ ਕਿਉਂਕਿ ਪਿਛਲੇ 8 ਸਾਲਾਂ ਤੋਂ ਜਿਹੜੇ ਬੰਦੇ ਆਏ ਹੈ, they have nothing to do with ਸਿੱਖੀ। ਕੀ ਗੱਲ ਕਰ ਰਹੇ ਹੋ? ਜਿੰਨਾ ਮਤਲਬ ਇਹ ਮੇਰਾ ਰਿਪੀਟ ਤੇ ਕਹਿੰਦੇ ਨੇ ਨਾ, ਤੱਕਿਆ ਕਲਾਮ ਕੁਐਸਚਨ ਹੋ ਚੁੱਕਾ ਹੈ। ਹੁਣ ਤੇ ਮੈਨੂੰ ਆਪ ਪੁੱਛਦੇ ਵੀ ਸ਼ਰਮ ਆ ਜਾਂਦੀ ਹੈ, ਮਗਰ ਮਨਜਿੰਦਰ ਸਿੰਘ ਸਿਰਸਾ ਜਿਹੜੇ ਬਾਰ-ਬਾਰ ਕਹਿੰਦੇ ਨੇ ਮੇਰੇ ਕਾਰਜਕਾਲ ਦੇ 2 ਸਾਲ ਦਾ 골ਡਨ ਐਰਾ ਆਫ DSGMC। ਹਾਂ ਬਿਲਕੁਲ, ਤੁਸੀਂ 50 ਲੱਖ ਰੁਪਏ ਫੇਸਬੁੱਕ ਤੇ ਖਰਚ ਕੇ ਮਹੀਨੇ ਦੇ ਗੁਰੂ ਘਰ ਦੀ ਗੋਲਕ ਵਿੱਚ ਆਪਣੀ ਵਾਹ ਕਮਾਈ ਹੈ। ਮੈਨੂੰ ਇਹ ਦੱਸੋ, ਸਾਰਾ ਸਿੱਖ ਪੰਥ ਉਸ ਅਕਾਲ ਪੁਰਖ ਗੁਰੂ ਗ੍ਰੰਥ ਸਾਹਿਬ ਦੇ ਹਾਜ਼ਰ ਨਾਜ਼ਰ ਵਿੱਚ ਚੱਲ ਰਿਹਾ ਹੈ। ਇਹ ਐਸਾ ਬੰਦਾ ਹੈ, ਆਈ ਮੀ ਔਰ ਮਾਈਸੈਲਫ, ਇਸ ਨੇ ਗੁਰੂ ਨੂੰ ਵੀ ਪਿੱਛੇ ਪਾ ਦਿੱਤਾ। ਕਿਵੇਂ? ਮੈਨੂੰ ਦੱਸੋ।
ਇਸ ਦੀ ਹਰ ਪੋਸਟ ਵਿੱਚ ਇਟਸ ਅਬਾਊਟ ਹਿਮ, ਇਟਸ ਨਾਟ ਅਬਾਊਟ ਗੁਰੂ। ਅਗਰ ਕੋਈ ਸੇਵਾ ਕਰ ਰਿਹਾ ਹੈ ਤੇ ਨਾ ਤੇ ਗੁਰੂ ਦਾ ਹੋਣਾ ਚਾਹੀਦਾ ਨਾ। ਅਗਰ ਲੰਗਰ ਲੱਗ ਰਿਹਾ ਹੈ, ਅਰੇ ਲੰਗਰ ਦੀ ਪ੍ਰਥਾ ਤੇ ਕਦ ਦੀ ਲੱਗੀ ਹੋਈ ਹੈ, ਸ਼ੁਰੂਆਤ ਬਾਬਾ ਨਾਨਕ ਨੇ ਕੀਤੀ ਸੀ, ਠੀਕ ਹੈ ਕਿ ਨਹੀਂ। ਗੁਰੂ ਅਮਰਦਾਸ ਜੀ ਕੋਲ ਮਹਾਰਾਜਾ ਅਕਬਰ ਲੰਗਰ ਛਕ ਕੇ ਮਿਲਣ ਆਇਆ ਸੀ। ਸੋ ਲੰਗਰ ਕਿਸੇ ਨੂੰ ਖਵਾ ਦੇਣਾ is not an achievement, that's a duty। ਅਗਰ ਤੁਸੀਂ ਆਪਣੀ but his duty is very well ਨਾ। ਡਿਊਟੀ ਨੂੰ ਐਡਵਰਟਾਈਜ਼ ਕਰ ਰਹੇ। ਹੁਣ ਤੁਸੀਂ ਕਹੋ ਜੀ ਕਿ ਮੈਂ ਬਾਈਟ ਲੈ ਰਿਹਾ ਜਾਂ ਇੰਟਰਵਿਊ ਲੈ ਰਿਹਾ, this is your job profile, you cannot boast about it, no। this is what you are supposed to do, so why you boosting? ਅੱਛੇ ਇਹ ਦੱਸੋ ਨਾ, ਬੂਸਟ ਕਰੋ ਕਿ ਮੈਂ ਟੀਚਰਾਂ ਦੀ ਤਨਖਾਹਾਂ ਦੇ ਦਿੱਤੀ ਹੈ, ਇਹ ਕਹੋ ਨਾ ਕਿ ਮੇਰੇ ਵਜ੍ਹਾ ਕਰਕੇ ਟੀਚਰਾਂ ਨੇ ਸੁਸਾਈਡ ਕਰਨੀ ਸੀ, ਮੈਂ ਉਹਨਾਂ ਨੂੰ ਰੋਕ ਲਿਆ। ਇਹ ਮੇਰੇ 4 ਵੀਰ ਸੁਸਾਈਡ ਕਰ ਰਹੇ ਸੀ ਕਿਉਂਕਿ ਤਨਖਾਹਾਂ ਨਹੀਂ ਦਿੱਤੀਆਂ, ਮੈਂ ਰੋਕਿਆ ਜਾ ਕੇ। ਫਿਰ ਤੇ ਮੈਂ ਕਹਾ ਯਾਰ ਕਮਾਲ ਹੈ, ਉਹਨਾਂ ਨੇ ਸੁਸਾਈਡ ਕਰ ਲਿਆ। ਟੀਚਰਾਂ ਦੇ ਘਰ ਜੇ ਲੰਗਰ ਨਹੀਂ ਬਣਿਆ, ਜੇ ਉਹਨਾਂ ਦੇ ਘਰ ਚੂਲਾ ਜਲਾਉਣ ਦੇ ਪੈਸੇ ਨਹੀਂ ਸੀ, ਤਦ ਤੇ ਤੁਸੀਂ ਜਾ ਕੇ ਕਿਹਾ ਨਹੀਂ ਕਿ ਮੈਂ ਦਿੱਲੀ ਕਮੇਟੀ ਦੇ ਗੋਲਕ, ਮੈਂ ਹੁਣੇ ਤੁਹਾਨੂੰ ਚੈੱਕ ਦੇ ਰਿਹਾ। ਨੋ। ਫਿਰ ਦਿੱਲੀ ਕਮੇਟੀ ਦਾ ਲੰਗਰ ਕਿਉਂ ਕਰੋਨਾ ਵਕਤ ਬੰਦ ਰਿਹਾ, ਜਦ ਤੱਕ ਸਾਰੀ ਜਗ੍ਹਾ ਖੁੱਲੇ ਹੋਇਆ ਸੀ? ਬੰਦ ਹੋਇਆ ਨਾ, ਚਾਹੇ ਕਿੰਨੀ ਦੇਰ ਵਸੇ, ਕਿੰਨੇ ਦਿਨਾਂ ਵਸੇ ਬੰਦ ਹੋਇਆ ਸੀ ਨਾ। ਗੁਰੂ ਦਾ ਲੰਗਰ ਨਹੀਂ ਬੰਦ ਹੋ ਸਕਦਾ ਕਿਉਂਕਿ ਤੁਸੀਂ ਆਪਣੇ ਫੰਡ ਗਲਤ ਚੀਜ਼ਾਂ ਵਿੱਚ ਐਗਜ਼ੌਸਟ ਕਰ ਚੁੱਕੇ ਸੀ। ਮਗਰ ਦੇਖੋ ਉਹ ਕਹਿੰਦੇ ਨੇ ਜੇ ਅਸੀਂ ਕੰਮ ਗਲਤ ਕਰ ਰਹੇ ਹੁੰਦੇ ਤੇ ਸੰਗਤ ਸਾਨੂੰ 40-42 ਕਰੋੜ ਰੁਪਇਆ ਡੋਨੇਟ ਕਿਉਂ ਕਰਦੀ? ਸਾਡੇ ਚੰਗੇ ਕੰਮ 'ਚ ਤਾਂ ਡੋਨੇਸ਼ਨ ਆਈ ਹੈ। ਮੈਨੂੰ ਨਹੀਂ ਪਤਾ ਕਿਹੜੇ 40-42 ਕਰੋੜ ਰੁਪਏ ਆਏ ਆ, ਹੁਣ ਇਹ ਤੇ ਉਹੀ ਦੱਸ ਸਕਦੇ ਆ, ਮੈਂ ਨਹੀਂ ਦੱਸ ਸਕਦਾ। ਬਟ ਜੋ ਮੈਂ ਵੇਖਿਆ ਐਜ਼ ਅ ਸਿੱਖ, ਮੈਨੂੰ ਤਾਂ ਕੋਈ ਐਸੀ ਗੱਲ ਲੱਗੀ ਨਹੀਂ। ਹਾਂ, ਇਟਸ ਆਲ ਅਬਾਊਟ ਹਿਮ। ਗੁਰੂ ਬਖਸ਼ਿਸ਼ ਕਰੇ, ਉਸਨੂੰ ਅਕਲ ਦੇ। It is never about any one person. It is about the community. It is about the Guru Sahib. ਗੁਰੂ ਨੂੰ ਅੱਗੇ ਲੈ ਕੇ ਚੱਲਦਾ ਤੇ ਬੰਦੇ ਕਹਿੰਦੇ ਸ਼ਾਇਦ। ਹੁਣ ਇਲੈਕਸ਼ਨ ਦੀ ਨੋਟੀਫਿਕੇਸ਼ਨ ਆ ਚੁੱਕੀ ਹੈ, ਕੱਲ ਜਾਂ ਪਰਸੋਂ ਚ ਆ ਹੀ ਜਾਏਗੀ, ਮਤਲਬ ਆਉਣ ਵਾਲੀ ਹੈ। ਜਦੋਂ ਟੈਲੀਕਾਸਟ ਹੋਏਗਾ ਨੋਟੀਫਿਕੇਸ਼ਨ ਆ ਚੁੱਕੀ ਹੋਏਗੀ। 20-25-30 ਦਿਨ ਲੈ ਗਏ ਇਲੈਕਸ਼ਨ ਨੂੰ। ਸੰਗਤ ਨੂੰ ਲਾਸਟ ਮੈਸੇਜ ਕੀ ਦੇਣਾ ਚਾਹੋਗੇ? ਤੁਸੀਂ ਵਾਈਂਡ ਅਪ ਵੀ ਕਰੀਏ। ਮੈਂ ਤੇ ਸਿਰਫ ਇਹੀ ਸੰਗਤ ਨੂੰ ਮੈਸੇਜ ਦੇਣਾ ਚਾਹਾਂਗਾ ਕਿ ਆਪਣਾ ਤੁਸੀਂ ਫਰਜ਼ ਪਛਾਣੋ ਤੇ ਇਸ ਵਕਤ ਸਰਨਾ ਸਾਹਿਬ ਦੇ ਹੱਥ ਮਜ਼ਬੂਤ ਕਰੋ। ਅਸੀਂ ਉਹਨਾਂ ਦੇ ਹੱਥ ਮਜ਼ਬੂਤ ਕਰਕੇ ਪੰਥ ਦੀ ਚੜ੍ਹਦੀ ਕਲਾ ਕਰੀਏ। ਜਿਹੜੇ ਉਹਨਾਂ ਨੇ ਪ੍ਰੋਮਿਸ ਕੀਤੇ ਹੈ, ਜਿਸ ਵਿੱਚੋਂ 2 ਮੁੱਖ ਪ੍ਰੋਮਿਸ ਹੈ, 3 ਮੁੱਖ ਪ੍ਰੋਮਿਸ ਹੈ। ਪਹਿਲਾ ਕਿ ਬਈ ਸਕੂਲਾਂ ਨੂੰ ਰਿਵਾਈਵ ਕਰਨਾ, ਬ੍ਰਿੰਗਿੰਗ ਬੈਕ ਟੂ ਦੀ ਓਲਡ ਗਲੋਰੀ ਆਫ ਸਕੂਲਸ, ਤੇ ਅਸੀਂ ਉਸ ਓਲਡ ਗਲੋਰੀ ਤੇ ਰੁਕ ਨਹੀਂ ਜਾਣਾ। ਵੀ ਹੈਵ ਟੂ ਬ੍ਰਿੰਗ ਬੈਕ ਦੀ ਕਰੰਟ ਗਲੋਰੀ ਔਰ ਅਸੀਂ ਚਾਹਾਂਗੇ ਵੀ ਸਾਡੇ ਸਕੂਲ ਪਹਿਲੇ 4-5 ਸਕੂਲਾਂ ਦਿੱਲੀ ਦੇ ਵਿੱਚ ਆਉਣ ਤੇ ਅਸੀਂ ਉਸ ਉਸੇ ਕੰਮ ਕਰਾਂਗੇ। ਦੂਜਾ ਜਿਹੜਾ ਉਹਨਾਂ ਦਾ ਇੱਕ ਸੁਪਨਾ ਹੈ ਕਿ ਸਪੈਸ਼ਲਿਟੀ ਹਸਪੀਟਲ ਬਾਲਾ ਸਾਹਿਬ ਖੁੱਲੇ, ਉਹ ਸੰਗਤ ਵਾਸਤੇ ਬਹੁਤ ਜ਼ਰੂਰੀ ਹੈ। ਜਿੱਥੇ ਸੰਗਤ ਨੂੰ ਇਲਾਜ ਵੀ ਮਿਲੇਗਾ, ਉੱਥੇ ਰਿਸੋਰਸਿਸ ਵੀ ਮਿਲਣਗੇ ਤਾਂ ਕਿ ਜਿਹੜੇ ਸਾਡੇ ਭੈਣ ਹੈਗੇ, ਭਰਾ ਹੈਗੇ, ਜਿਹੜੇ ਉਹਨਾਂ ਨੂੰ ਅਸੀਂ ਉੱਚਾ ਚੁੱਕ ਸਕੀਏ ਤੇ ਉਹਨਾਂ ਨੂੰ ਐਤਵਾਰ ਲਿਆ ਸਕੀਏ। ਤੇ ਸਭ ਤੋਂ ਅਹਿਮ ਗੱਲ ਕਿ ਸਿੱਖੀ ਦੀ ਚੜ੍ਹਦੀ ਕਲਾ ਹੋਏ, ਜਿਹੜੀ ਮਰਿਆਦਾ, ਜਿਹੜਾ ਕੀਰਤਨ ਕਥਾ ਜਿਸ ਕਰਕੇ ਬੰਗਲਾ ਸਾਹਿਬ ਜਾਣਿਆ ਜਾਂਦਾ ਸੀ ਤੇ ਬਾਹਰ ਦੇ ਮੁਲਕਾਂ ਵਿੱਚ ਇਹ ਕਿਹਾ ਜਾਂਦਾ ਸੀ ਕਿ ਵੀ ਅਸੀਂ ਬੰਗਲਾ ਸਾਹਿਬ ਤੋਂ ਕੀਰਤਨ ਕਥਾ ਸੁਣਦੇ ਹਾਂ ਕਿਉਂਕਿ ਇਟ ਇਜ਼ ਐਟ ਦ ਪਾਰ ਐਕਸਲੈਂਸ। ਉਹ ਰਿਵਾਈਵ ਕਰੀਏ। ਕਥਾ ਉਹ ਨਿਰੋਲ ਇਹ ਨਾ ਹੋਏ, ਕਥਾ ਇਹ ਵੀ ਹੋਏ ਕਿ ਬਈ ਸਿੱਖ ਬੰਗਲਾ ਸਾਹਿਬ ਤੋਂ ਕਥਾ ਸੁਣ ਕੇ ਗੁਰੂ ਅੱਜ ਦੇ ਮਾਹੌਲ ਵਿੱਚ ਕੀ ਕਹਿਣਾ ਚਾਹੁੰਦਾ ਹੈ, ਗੁਰੂ ਸਾਨੂੰ ਕੀ ਸੇਧ ਦੇ ਰਿਹਾ ਅੱਜ ਦੇ ਦਿਨ ਵਿੱਚ, ਸਾਨੂੰ ਉਸ ਤੋਂ ਉਹਦੀ ਵੀ ਪ੍ਰਾਪਤੀ ਹੋਏ ਤਾਂ ਕਿ ਅਸੀਂ ਸਾਡੇ ਵਿੱਚ ਤਾਂਘ ਪ੍ਰਾਪਤ ਹੋਏ ਤੇ ਅਸੀਂ ਗੁਰੂ ਦੇ ਆਪ ਸਹਿਜ ਪਾਠ ਕਰ ਸਕੀਏ ਤੇ ਗੁਰੂ ਦੀ ਬਾਣੀ ਪੜ੍ਹ ਕੇ ਆਪਣੇ ਹਿਰਦੇ ਵਿੱਚ ਵਸਾ ਸਕੀਏ। ਸੰਗਤ ਜੀ, ਐਸ ਸਾਡੇ ਨਾਲ ਸਰਨਾ ਸਾਹਿਬ ਦੇ ਸਭ ਤੋਂ ਵੱਡੇ ਪੁੱਤਰ। ਦੇਖਦੇ ਰਹੋ ਵੌਇਸ ਆਫ ਇੰਡੀਆ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ।